ਵਾਹਿਗੁਰੂ ਸਾਹਿਬ ਜੀ। ਤਾਤ ਬਾਤ ਕੋ ਮਰਮ ਜੋ, ਤੈ ਜਾਣਿਓ ਕੈ ਨਾਹੀ। ਅਜਮਤ ਸਿੰਹੈਦ ਕਹੈ, ਸੁਨੋ ਸਮਝ ਮਨ ਮਾਹੀ। ਦਵੈਤ ਕੋਇ ਜਿਨੇ ਇਕ ਪਛਾਨਾ, ਮਿਲੇ ਖੁਦਾਇ ਜੀ ਮਨ ਜੋ ਸੁਜਾਨਾ। ਮੈਂ ਕੋ ਕਿਨੋ ਆਈਓ ਉਥਾਓ, ਤਿਹ ਦੀਦਾਰ ਕਰ ਔਰ ਸੁਖ ਪਾਉ। ਕਰ ਮਰੀਦ ਆਗੇ ਤਿਹ ਕਲ, ਢਇਆ ਪੀਰ ਸਿਉ ਕਾ ਪਰਚਾਲਾ। ਸ੍ਰੀ ਗੁਰ ਨਦਰ ਪਰੇ ਤਿਹ ਜਪਿ, ਉਤਰ ਚਲਿਓ ਪੈਰ ਨ ਸੋ ਤਬਹੀ। ਆਏ ਸਲਾਮ ਅਲੈਕਮ ਕਰਕੇ, ਬੈਠੋ ਨਿਕਟ ਭਾਉ ਔਰ ਧਰ ਕੇ। ਬੂਝਨ ਲਾਗਿਓ ਦੇਹੋ ਬਤਾਈ, ਆਗੇ ਕੈਸੋ ਹਾਲ ਬਿਤਾਈ। ਪਰਮ ਸਤਿਕਾਰਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਕਿਰਪਾਲੂ ਦਾਤਾ ਜੀ ਨੇ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਜੁੜ ਮਿਲ ਕੇ ਇਤਿਹਾਸ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਧਰੀਏ, ਸਤਿਗੁਰਾਂ ਜੀ ਦੀ ਬਖਸ਼ਿਸ਼ ਨੂੰ ਦੁਹਰਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਪੱਖਪਾਤ ਦੀ ਗੱਲ ਕਰ ਰਹੇ ਸਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਇਹ ਪੁੱਛਿਆ ਹੈ ਕਿ ਪਰਮੇਸ਼ਰ ਇੱਕ ਨੇ, ਹੱਦਾਂ ਦੋ ਨੇ, ਕਿਹੜੀ ਹੱਦ ਰੱਦ ਕਰਕੇ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਨੂੰ ਸਿਮਰਨਾ ਚਾਹੀਦਾ ਹੈ। ਸ਼ੇਖ ਬ੍ਰਾਹਮਣ ਨੇ ਆਪਣੇ ਚੇਲੇ ਨੂੰ ਮਹਾਰਾਜ ਜੀਆਂ ਦੇ ਪਾਸ ਆਪਣਾ ਸਵਾਲ ਦੇ ਕੇ ਭੇਜਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬੜਾ ਸੋਹਣਾ ਜਵਾਬ ਦਿੱਤਾ। ਕਹਿੰਦੇ ਨਾ ਕੋਈ ਮੁਸਲਮਾਨ ਹੈ, ਨਾ ਕੋਈ ਹਿੰਦੂ ਹੈ, ਸਾਰਿਆਂ ਦਾ ਰਚਨਹਾਰ ਕੇਵਲ ਪਰਮਾਤਮਾ ਹੈ। ਜਿਹੜੇ ਪੱਖਪਾਤ ਵਿੱਚ ਉਲਝੇ ਹੋਏ ਨੇ ਉਹੀ ਦੋ ਹੱਦਾਂ ਜਾਣਦੇ ਨੇ।
ਜਿਹੜੇ ਪੱਖਪਾਤ ਪਰਮੇਸ਼ਰ ਦੇ ਘਰ ਦੇ ਉੱਤੇ ਪੱਖਪਾਤ ਨਹੀਂ ਕਰਦੇ, ਉਹ ਕਦੀ ਨਹੀਂ ਦੋ ਹੱਦਾਂ ਰੱਖਦੇ ਰੱਬ ਦੀਆਂ। ਜਦ ਮੁਰੀਦ ਨੇ ਮਹਾਰਾਜ ਜੀਆਂ ਦੇ ਪਾਸੋਂ ਬਚਨ ਸੁਣੇ, ਆਪਣੇ ਪੀਰ ਦੇ ਪਾਸ ਚਲਿਆ ਗਿਆ, ਸਾਰਾ ਜਵਾਬ ਜਦ ਆਪਣੇ ਪੀਰ ਨੂੰ ਸੁਣਾਇਆ ਤੇ ਪੀਰ ਨੇ ਉਸ ਨੂੰ ਕਿਹਾ, ਕਹਿੰਦੇ ਤਾਤ ਬਾਤ ਗੁਰ ਮਰਮ ਜੋ ਤੈ ਜਾਣਿਓ ਕਹਿ ਨਾਹੀ। ਹੁਣ ਪੀਰ ਸ਼ੇਖ ਬ੍ਰਹਮ ਆਪਣੇ ਚੇਲੇ ਨੂੰ ਸਮਝਾਉਂਦਾ, ਕਹਿੰਦੇ ਪੁੱਤਰਾ, ਇਸ ਗੱਲ ਦਾ ਜੋ ਮਤਲਬ ਹੈ ਉਸ ਨੂੰ ਤੂੰ ਸਮਝਿਆ ਕਿ ਨਹੀਂ ਸਮਝਿਆ? ਅਜਮਤ ਇਸ ਮੈਂ ਅਦਕ ਹੈ, ਸੁਨੋ ਸਮਝ ਮਨ ਮਾਹਿ। ਕਹਿੰਦੇ ਜਿਸ ਫਕੀਰ ਦੇ ਕੋਲੋਂ ਤੂੰ ਜਵਾਬ ਲੈ ਕੇ ਆਇਆ ਹੈ ਨਾ, ਉਹ ਕੋਈ ਆਮ ਨਹੀਂ ਹੈ। ਇਹਦੇ ਵਿੱਚ ਅਦਕ ਅਜ਼ਮਤ ਹੈ, ਮਨ ਵਿੱਚ ਇਹ ਸਮਝ ਲੈ। ਸੁਨੋ ਸਮਝ ਮਨ ਮਾਹਿ। ਪਰਮੇਸ਼ਰ ਦੇ ਘਰ ਨੂੰ ਜਾਣ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ। ਦਵੈਤ ਹੋਏ ਜੇ ਨੇਕ ਪਛਾਨਾ, ਕਹਿੰਦੇ ਉਹਦੇ ਵਿੱਚ ਕੋਈ ਦਵੈਤ ਨਹੀਂ ਹੈ, ਈਰਖਾ ਨਹੀਂ ਹੈ, ਮਾੜੀ ਭਾਵਨਾ ਨਹੀਂ ਹੈ। ਉਹਨੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਪਰਮੇਸ਼ਰ ਨੂੰ ਇੱਕ ਪਹਿਚਾਣ ਲਿਆ ਹੈ। ਤੇ ਜਿਹੜਾ ਪਰਮੇਸ਼ਰ ਨੂੰ ਇੱਕ ਪਹਿਚਾਣ ਲਿਆ, ਕਹਿੰਦੇ ਮਿਲੋ ਖੁਦਾਏ ਸੇ ਮਨ ਜੋ ਸੁਜਾਨਾ। ਕਹਿੰਦੇ ਉਹ ਸਿਆਣਾ ਬੰਦਾ ਹੁੰਦਾ ਹੈ ਤੇ ਉਹਨੂੰ ਰੱਬ ਮਿਲ ਜਾਂਦਾ, ਜਿਹੜਾ ਵਿਤਕਰੇ ਕਰਨੇ ਛੱਡ ਦਿੰਦਾ, ਪੱਖਪਾਤ ਕਰਨਾ ਛੱਡ ਦਿੰਦਾ। ਕਹਿੰਦੇ ਮੈਂ ਕੋ ਕਿ ਨੋ ਵੰਜ ਉਥਾਉ, ਕਹਿੰਦੇ ਮੈਨੂੰ ਉਹਦੇ ਵੱਲ ਲੈ ਕੇ ਚੱਲ, ਉਸ ਫਕੀਰ ਦੇ ਮੈਂ ਦਰਸ਼ਨ ਕਰਨੇ। ਜਿਸ ਫਕੀਰ ਨੇ ਤੈਨੂੰ ਮੇਰੀ ਗੱਲ ਦਾ ਜਵਾਬ ਦੇ ਕੇ ਭੇਜਿਆ, ਮੈਂ ਨਾਨਕ ਦੇ ਦਰਸ਼ਨ ਕਰਨੇ, ਮੈਨੂੰ ਨਾਲ ਲੈ ਕੇ ਚੱਲ। ਤੇ ਇਹ ਦੀਦਾਰ ਕਰ ਔਰ ਸੁਖ ਪਾਉ, ਕਹਿੰਦੇ ਉਹਦਾ ਦਾ ਦੀਦਾਰ ਕਰਕੇ ਮੈਂ ਸੁਖ ਪ੍ਰਾਪਤ ਕਰਾਂ। ਜਿਹੜਾ ਮੁਰੀਦ ਹੈ ਉਹ ਅੱਗੇ ਅੱਗੇ ਚੱਲ ਪਿਆ, ਜਿਹੜਾ ਪੀਰ ਹੈ ਸ਼ੇਖ ਬ੍ਰਹਮ, ਉਹ ਪਾਲਕੀ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਵੱਲ ਚੱਲ ਪਿਆ। ਜਦੋਂ ਸੱਚੇ ਪਾਤਸ਼ਾਹ ਜੀ ਤੇ ਉਹਦੀ ਨਜ਼ਰ ਪਈ, ਮਹਾਰਾਜ ਜੀਆਂ ਨੂੰ ਦੂਰੋਂ ਤੱਕਿਆ ਤੇ ਪਾਲਕੀ ਦੇ ਵਿੱਚੋਂ ਉਤਰਿਆ ਤੇ ਪੈਦਲ ਚੱਲ ਕੇ ਮਹਾਰਾਜ ਜੀਆਂ ਦੇ ਪਾਸ ਆਏ ਸਲਾਮਾ ਅਲੈਕੁਮ ਕਰਕੇ। ਸਲਾਮਾ ਅਲੈਕੁਮ ਦਾ ਮਤਲਬ ਹੈ ਵੀ ਜਿਵੇਂ ਆਪਾਂ ਸਿੱਖ ਧਰਮ ਦੇ ਵਿੱਚ ਫਤਿਹ ਬੁਲਾ ਦਿੰਦੇ ਹਾਂ ਜਾਂ ਸਤਿ ਸ੍ਰੀ ਅਕਾਲ ਕਹਿ ਦਿੰਦੇ ਹਾਂ, ਉਵੇਂ ਮੁਸਲਮਾਨ ਧਰਮ ਦੇ ਵਿੱਚ ਸਲਾਮਾ ਅਲੈਕੁਮ ਵਾਲੇਕੁਮ ਸਲਾਮ ਕਿਹਾ ਜਾਂਦਾ ਹੈ। ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ ਹੈ, ਨੇੜੇ ਬੈਠ ਗਿਆ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਬੜਾ ਪ੍ਰੇਮ ਧਾਰਨ ਕੀਤਾ। ਪੁੱਛਣ ਲੱਗਿਆ, ਕਹਿੰਦੇ ਮਹਾਰਾਜ ਪਰਲੋਕ ਵਿੱਚ ਕਿਸ ਤਰ੍ਹਾਂ ਦੀ ਬੀਤਦੀ ਹੈ? ਫਿਰ ਮਹਾਰਾਜ ਜੀਆਂ ਨੂੰ ਸਵਾਲ ਕੀਤੇ, ਕਹਿੰਦੇ ਮਹਾਰਾਜ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਆਪਣਾ ਸਰੀਰ ਤਿਆਗ ਕੇ, ਕਹਿੰਦੇ ਆਗਿਆ ਕੈਸੋ ਹਾਲ ਵਿਹਾਈ, ਕਹਿੰਦੇ ਮਹਾਰਾਜ ਅੱਗੇ ਕਿਹੋ ਜਿਹਾ ਹਾਲ ਬੀਤਦਾ ਹੈ। ਗੁਰੂ ਭਨੈ ਦਰਗਾਹ ਮੈਂ ਸਾਚੇ ਪਾਵਹਿ ਮਾਨ, ਕੂੜੀ ਕੂੜੈ ਬੇਖੀ ਤਿਨ ਕੋ ਤਹ ਨਹਿ ਥਾਨ। ਮਹਾਰਾਜ ਜੀਆਂ ਨੇ ਸ਼ੇਖ ਬ੍ਰਹਮ ਦਾ ਹਾਲ ਚਾਲ ਪੁੱਛਿਆ, ਨੇੜੇ ਬਿਠਾਇਆ, ਮਹਾਰਾਜ ਜੀਆਂ ਨੂੰ ਸਵਾਲ ਕੀਤਾ, ਮਹਾਰਾਜ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਹੈ ਤੇ ਪਰਲੋਕ ਵਿੱਚ ਜਾ ਕੇ ਉਹਦੇ ਨਾਲ ਕੀ ਬੀਤਦੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬੜੇ ਪਿਆਰ ਦੇ ਨਾਲ ਜਵਾਬ ਦਿੱਤੇ, ਕਹਿੰਦੇ ਸ਼ੇਖ ਬ੍ਰਹਮ ਦਰਗਾਹ ਵਿੱਚ ਕੇਵਲ ਸੱਚਾ ਮਨੁੱਖ ਸੁਖ ਪ੍ਰਾਪਤ ਕਰਦਾ, ਮਾਨ ਪ੍ਰਾਪਤ ਕਰਦਾ ਹੈ। ਝੂਠੇ ਤੇ ਕੂੜੇ ਭੇਸ ਵਾਲਿਆਂ ਲਈ ਉੱਥੇ ਕੋਈ ਥਾਂ ਨਹੀਂ ਹੈ। ਜਨਮਤ ਮਰਤ ਪਾਵਹਿ 84, ਸਦਾ ਰਹਿਤ ਤਿਨ ਗਰ ਜਮ ਫਾਸੀ। ਮਹਾਰਾਜ ਸ਼ੇਖ ਬ੍ਰਹਮ ਦੀ ਗੱਲ ਦਾ ਜਵਾਬ ਦਿੰਦੇ ਕਹਿੰਦੇ ਨੇ, ਕਹਿੰਦੇ ਸ਼ੇਖ ਬ੍ਰਹਮ ਜਿਹੜਾ ਬੰਦਾ ਦੁਨੀਆ ਤੇ ਝੂਠਾ ਭੇਸ ਰੱਖਦਾ ਹੈ, ਉਹ ਕਰਮ ਕਰਦਾ ਹੈ, ਉਹਦੇ ਵਾਸਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਸਵਰਗ ਦੇ ਵਿੱਚ, ਦਰਗਾਹ ਦੇ ਵਿੱਚ ਕੋਈ ਜਗ੍ਹਾ ਨਹੀਂ। ਉਹ 84 ਲੱਖ ਜੂਨਾਂ ਵਿੱਚ ਜੰਮਦੇ ਮਰਦੇ ਰਹਿੰਦੇ ਨੇ, ਸਦਾ ਹੀ ਜਮਾਂ ਦੀ ਫਾਹੀ ਉਹਨਾਂ ਦੇ ਗਲ ਦੇ ਵਿੱਚ ਪਈ ਰਹਿੰਦੀ ਹੈ ਵੀ ਜੰਮ ਗਏ ਮਰ ਗਏ, ਜੰਮ ਗਏ ਮਰ ਗਏ।
ਜਨਮਤ ਮਰਤ ਪਵਹਿ 84 ਸਦਾ ਰਹਿਤ ਤਿਨ ਗਰ ਜਮ ਫਾਸੀ ਸਨਮੁਖ ਬੈਠੇ ਸ੍ਰੀ ਗੁਰੂ ਖਾਨੀ ਪੀਰ ਹਿਰਦੈ ਕੀ ਸਭ ਵਿਦ ਜਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਮਣੇ ਬੈਠੇ ਪੀਰ ਦੇ ਹਿਰਦੇ ਦੀ ਸਾਰੀ ਗੱਲ ਜਾਣਦੇ ਨੇ। ਕਾਬੇ ਦਿਸ਼ਾ ਹੁਤੋ ਤੇ ਬਦਨਾ ਪ੍ਰਾਚੀ ਜਿਸ ਮੁਖ ਸ੍ਰੀ ਸੁਖ ਸਦਨ। ਪੀਰ ਦਾ ਮੂੰਹ ਕਾਬੇ ਵੱਲ ਸੀ ਤੇ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਮੂੰਹ ਪੂਰਬ ਵੱਲ ਸੀ। ਉਸ ਨੂੰ ਸ਼ੁਭ ਉਪਦੇਸ਼ ਦੇਣ ਖਾਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਫੇਰ ਬਚਨ ਕਹੇ ਨੇ। ਕਹਿੰਦੇ ਜਾਨਿਓ ਕਾਬੇ बीच खुदाए तुम जानत हो और ना जाए। ਕਹਿੰਦੇ ਪੀਰ ਜੀ ਇੱਕ ਗੱਲ ਹੈ, ਤੁਸੀਂ ਕਾਬੇ ਵੱਲ ਮੂੰਹ ਕੀਤਾ, ਸਾਡਾ ਮੂੰਹ ਪੂਰਬ ਵੱਲ ਹੈ। ਤੁਸੀਂ ਜਾਣਦੇ ਹੋ ਕਿ ਖੁਦਾ ਕੇਵਲ ਕਾਬੇ ਵਿੱਚ ਹੀ ਹੈ, ਇਸ ਕਰਕੇ ਸਮਝਦੇ ਹੋ ਕਿ ਹੋਰ ਕਿਸੇ ਥਾਂ ਪਰਮੇਸ਼ਰ ਨਹੀਂ ਹੈ। ਇਸ ਪ੍ਰਕਾਰ ਤੁਸੀਂ ਉਸ ਨੂੰ ਖੋਜ ਰਹੇ ਹੋ ਜਿਵੇਂ ਕੋਈ ਵਸਤੂ ਜਲ ਵਿੱਚ ਪਈ ਹੁੰਦੀ ਹੈ। ਮਹਾਰਾਜ ਜੀ ਨੇ ਸਵਾਲ ਕੀਤੇ, ਕਹਿੰਦੇ ਪੀਰ ਜੀ ਤੁਸੀਂ ਕੇਵਲ ਕਾਬੇ ਵਿੱਚ ਪਰਮੇਸ਼ਰ ਸਮਝਦੇ ਹੋ ਕਿ ਘਟ ਘਟ ਦੇ ਵਿੱਚ ਪਰਮੇਸ਼ਰ ਸਮਝਦੇ ਹੋ? ਕਹਿੰਦੇ ਜਿਸ ਤਰੀਕੇ ਦੇ ਨਾਲ ਤੁਸੀਂ ਪਰਮੇਸ਼ਰ ਨੂੰ ਖੋਜ ਰਹੇ ਹੋ ਨਾ, ਦਵੈਤ ਭਾਵਨਾ ਰੱਖ ਕੇ, ਦੋ ਹੱਦਾਂ ਰੱਖ ਕੇ, ਵਖਰੇਵੇਂ ਕਰਕੇ, ਇਸ ਤਰੀਕੇ ਦੇ ਨਾਲ ਪਰਮੇਸ਼ਰ ਨਹੀਂ ਲੱਭਿਆ ਜਾਏਗਾ। ਕਹਿੰਦੇ ਪਰਮੇਸ਼ਰ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਖੋਜ ਰਹੇ ਹੋ ਜਿਵੇਂ ਕੋਈ ਵਸਤੂ ਜਲ ਵਿੱਚ ਪਈ ਹੁੰਦੀ ਹੈ। ਇਉਂ ਨਾ ਪਾਏ ਸਕੋਗੇ ਕਭੀ। ਕਹਿੰਦੇ ਇਸ ਤਰੀਕੇ ਦੇ ਨਾਲ ਭਾਈ ਪਰਮੇਸ਼ਰ ਕਦੀ ਵੀ ਨਹੀਂ ਪਾਇਆ ਜਾਣਾ। ਦਵੈਤ ਭਾਵਨਾ, ਦੋ ਹੱਦਾਂ, ਈਰਖਾਂ, ਇਹ ਛੱਡਣੀ ਪਏਗੀ। ਕਹਿੰਦੇ ਕੋਟ ਜਨਮ ਧਾਰ ਖੋਜੇ ਜਬ। ਕਹਿੰਦੇ ਕਰੋੜਾ ਜਨਮ ਧਾਰਨ ਕਰਕੇ ਭਾਵੇਂ ਉਸ ਨੂੰ ਖੋਜਦੇ ਰਹੋ, ਜੇ ਵਖਰੇਵਾ ਕਰਕੇ, ਮਨ ਭੇਦ ਕਰਕੇ, ਮਤ ਭੇਦ ਕਰਕੇ ਖੋਜਣਾ ਤੇ ਪਰਮੇਸ਼ਰ ਕਦੀ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੀਰ ਨੇ ਕਿਹਾ, ਕਹਿੰਦੇ ਪੀਰ ਕਹਿ ਸੁਣ ਨਾਨਕ ਤਪਾ ਤੁਰਕ ਦੀਨ ਕੋ ਕਾਬਾ ਥਪਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਚਨ ਕੀਤੇ ਨੇ, ਕਹਿੰਦੇ ਨਾਨਕ ਜੀ ਸੁਣੋ, ਤੁਰਕ ਮਜ਼ਹਬ ਦਾ ਤਪਾ ਜਿਹੜਾ ਕਾਬਾ ਹੈ, ਤਪ ਕਰਨ ਵਾਲਾ ਸਥਾਨ ਹੈ, ਉਹ ਤੁਰਕ ਮਜ਼ਹਬ ਵਾਸਤੇ ਕਾਬਾ ਥਾਪਿਆ ਹੋਇਆ। ਉਸ ਵਿੱਚ ਬਹੁਤ ਸ਼ਰਧਾ ਧਾਰਨ ਕਰਕੇ ਮੈਂ ਖੁਦਾ ਦੀ ਹਜ਼ੂਰੀ ਦੇ ਵਿੱਚ ਜਾਵਾਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਕਹਿੰਦੇ ਜੇ ਮਨ ਵਿੱਚ ਇਸ ਤਰ੍ਹਾਂ ਜਾਣਦੇ ਹੋ ਤਾਂ ਖੁਦਾ ਨੂੰ ਭੁੱਲ ਗਏ। ਮਨੋਂ ਸੋਚਿਆ ਕਿ ਪਰਮੇਸ਼ਰ ਕੇਵਲ ਕਾਬੇ ਦੇ ਵਿੱਚ ਹੈ। ਮੈਂ ਪਾਸੇ ਜਾ ਕੇ ਕੋਈ ਕਰਮ ਕਰੀ ਜਾਵਾਂ, ਚੋਰੀਆਂ ਕਰੀ ਜਾਵਾਂ, ਠੱਗੀਆਂ ਮਾਰੀ ਜਾਵਾਂ, ਧੋਖੇ ਧੜੀਆਂ ਕਰੀ ਜਾਵਾਂ। ਮਾਰੇ ਕਹਿੰਦੇ ਇਸ ਤਰੀਕੇ ਦੇ ਨਾਲ ਪੀਰ ਜੀ ਫਿਰ ਪਰਮੇਸ਼ਰ ਨਹੀਂ ਮਿਲੇਗਾ, ਕਿਉਂਕਿ ਜਿਹੜਾ ਰੱਬ ਹੈ ਉਹ ਘਟ ਘਟ ਦੇ ਵਿੱਚ ਵਸਦਾ ਹੈ। ਕਰਕੇ ਬੀਚ ਨ ਆਵਹਿ ਐਸੇ ਹੋਏ ਵਿਅਰਥ ਮਥਨ ਜਲ ਜੈਸੇ। ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਪਰਮੇਸ਼ਰ ਹੱਥ ਦੇ ਵਿੱਚ ਨਹੀਂ ਆਉਂਦਾ, ਸਾਰੇ ਯਤਨ ਵਿਅਰਥ ਜਾਂਦੇ ਨੇ। ਜਿਵੇਂ ਕਿ ਜਲ ਨੂੰ ਰਿੜਕਣ ਨਾਲ ਕੁਝ ਵੀ ਪ੍ਰਾਪਤ ਨਹੀਂ ਨਾ ਹੁੰਦਾ, ਇਸ ਤਰੀਕੇ ਦੇ ਨਾਲ ਵਖਰੇਵੇਂ ਕਰਨ ਦੇ ਨਾਲ ਰੱਬ ਕਦੀ ਨਹੀਂ ਮਿਲਦਾ। ਤੇ ਪੀਰ ਮਹਾਰਾਜ ਜੀਆਂ ਦੇ ਬਚਨ ਸੁਣ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਕਹਿੰਦੇ ਪੀਰ ਜੀ ਤੁਹਾਡਾ ਜਿਹੜਾ ਬਚਨ ਸੀ ਨਾ, ਬੈਂਤ ਸੁਣ ਕੇ ਮੇਰੇ ਮਨ ਨੂੰ ਬੜਾ ਆਨੰਦ ਆਇਆ ਸੀ। ਔਰ ਵਿਚਾਰ ਮੈਂ ਤਬ ਕਰਿਓ ਜਿਨ ਅਸ ਬੈਤ ਬਣਾਏ ਤਿਨ ਕੋ ਦਰਸ਼ਨ ਕੀਜੀਏ ਆਇਓ ਤੁਰਤ ਇਹ ਥਾਏ। ਕਹਿੰਦੇ ਮਹਾਰਾਜ ਤੁਹਾਡਾ ਬਚਨ ਮੈਂ ਆਪਣੀ ਮੁਰੀਦ ਪਾਸੋਂ ਸੁਣਿਆ, ਦਿਲ ਵਿੱਚ ਉਸੇ ਸਮੇਂ ਵਿਚਾਰ ਕੀਤੀ ਕਿ ਤੁਹਾਨੂੰ ਮਿਲਣਾ ਚਾਹੀਦਾ। ਕਹਿੰਦੇ ਮਹਾਰਾਜ ਤੁਹਾਨੂੰ ਮਿਲਣ ਵਾਸਤੇ ਮੈਂ ਤੁਰੰਤ ਇੱਥੇ ਪਹੁੰਚਿਆ। ਦੋ ਹੱਦਾਂ ਵਿੱਚ ਤੁਸੀਂ ਇੱਕ ਦੱਸਿਆ ਤੇ
उस एक खुदा की इबादत करन नूं कहा। तुहाडे पासों जिवें मेरी तसल्ली हो जाए, उस लिए मेरे हिरदे के सारे शंकिया नूं दूर कर दो। कहते महाराज मैं तो शंका चक्की फिरदा भी एक तो मुसलमान का खुदा है, हिंदू का भगवान है, किनू सिमरना चाहिए, किहड़ी हद रद्द करनी चाहिए है, मैनू तो कुछ समझ नहीं आती। महाराज तुसीं समझा दिओ, शंके दूर करो। जिवें जिवें तुहाडे वचन सुन रहा हाँ, तिवें तिवें मैनू शांति प्राप्त हुंदी है, भरम का नाश हो रहा है। संसार रूप समुंदर के तरन लई तुहाडे वचन एक पुल वांग ने, जिस कारण मेरा दुई विच भरोसा है जिहड़ा वो खत्म हो रहा। कहते महाराज जिहड़ा दो हद्दां दा सिलसिला सी ना, ये दिमाग दे विचों निकल रहा है। बाण समान अगियान निशाना। कहते महाराज जी तुहाडे वचन ने ना, ये तीर दे वर्गे ने। अगियानियां दे इहो जे तीर का निशाना वजेगा, वो ज्ञानी बन जाणगे। ते इस तरह चंगी तरह तीर मार के सब का नाश कर देंदे हो महाराज। जिस ते तुहाडे ज्ञान के तीर वजदे ने ना, वो अगियानी अपना अगियान छड्ड के, अपनी बुद्धि छड्ड के तुहाडी वाली बुद्धि अपना लैंदा। ते महाराज मैं एक सवाल पुछदा हाँ, उस बारे दसो, मेरे सारे भरमां का नाश करो। गुरु नानक साहब महाराज जी ने बड़े प्यार का वचन किया। बाबा फरीद साहब जी का श्लोक पढ़िया, कहते फरीदा पाठ पटोला धज करी, कंबलड़ी पहरियो, जिन्नी वेसी सौ मिलै से वेश करियो। हे फरीद, अपनिया सारिया पोशाकां नूं पाड़ के ते लीरो लीर करके मैं केवल कंबली पाई हुई है। जिहड़ी पोशाक दे नाल मेरा पति मिलता है, प्रीतम मिलता है, जिन्नी वेसी सौह मिलै से वेश करियो। कहते भाई जिस वेश के नाल, जिस तरीके दे नाल परमेश्वर मिलता है, वो सुचज्जा वेश कर लेना चाहिए, वो तरीका अपना लेना चाहिए। कहते महाराज तुहानू एक सवाल करदा कि एक खुदा जो तुसी कहते हो किस तरह पाया जा सकता है। अपने सारे परिवार का मोह छड्ड के, कपड़े उतार के जंगल विखे चला जावांगा, कंबली की गोदड़ी गल विच पा लवांगा, पुत्रा इस्त्री नूं मुख नहीं विखावांगा, जिस तरह भी प्यारे का मेल हो जाए महाराज उस तरह ही करांगा। होर सारिया विधियां साधन छड्ड के उही करांगा जो परमेश्वर नूं चंगा लगेगा। बचन पीर के सुन सुख दा सदनम, कहो श्लोक आप श्री बदनम। गुरु नानक साहब महाराज जी ने जो पीर का बचन सुनिया है ना, महाराज जी ने बड़े प्यार का वचन किया है। श्लोक उचारण किया कि घर ही मुंद विदेश, फिर नित संभाले झूरे संभाले। घर ही मुंद विदेश, फिर नित झूरे संभाले, मिलदिया ढिल ना होवे जे नीयत रास करे। गुरु नानक साहब महाराज जी ने पीर शेख ब्रह्म का भी शंका दूर कर दिता है, ते अपना भी शंका दूर कर दिता है इस पंक्ति दे राही। महाराज बड़े प्यार का वचन कहते ने, कहते फकीर जी फरीद साहब ने इस तरीके की गल नहीं कही कि पाटे कपड़े पा के, चंगे कपड़े उतार के, घर बार छड्ड के, इस्त्री तो मुनकर हो के, कारोबार तो मुनकर हो के, गल दे विच लीरां पा के ते जंगलों दे विच चले जाना। इस तरीके दे नाल रब नहीं मिलता। बाबा फरीद साहब जी ने ते अंतरीव की गल की है। फरीदा पाड़ पटोला धज करी, कंबरड़ी पहरियो, उत्ते हंकार की गल है, विषय विकारां दे पटोले की गल है।
ਨਿਮਰਤਾ ਦੀ, ਸਹਿਜ ਸੁਭਾਅ ਦੀ, ਸੰਤੋਖ ਦੀ, ਪਰਮੇਸ਼ਰ ਦੇ ਨਾਮ ਦੀ ਕੰਬਲੀ ਪਹਿਨਣ ਦੀ ਗੱਲ ਕੀਤੀ ਹੈ। ਜਿੰਨੀ ਵੇਸੀ ਸਹੁ ਮਿਲਿਆ ਸਹੀ ਵੇਸ ਕਰਿਓ। ਐਂ ਤੇ ਫਿਰ ਕੱਲ ਨੂੰ ਕੋਈ ਬਾਬਾ ਕਹਿ ਦੇਗਾ ਵੀ ਮੈਨੂੰ ਇਸ ਤਰੀਕੇ ਦੇ ਨਾਲ ਮੇਰਾ ਰੱਬ ਮਿਲਦਾ, ਮੈਂ ਤਾਂ ਕਰਕੇ ਇਹੋ ਜਿਹਾ ਵੇਸ ਕੀਤਾ ਹੈ, ਫਿਰ ਉਹ ਤੇ ਗੁਰਬਾਣੀ ਦੇ ਮੁਤਾਬਕ ਵੀ ਸੱਚਾ ਹੋ ਜਾਏਗਾ। ਇਸ ਕਰਕੇ ਜੋ ਗੁਰਬਾਣੀ ਨੇ ਅੰਤਰੀ ਪਦਾਰਥ ਕੀਤਾ ਹੈ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ, ਈਰਖਾ ਦਾ ਛੱਡਣਾ, ਉਹ ਮਹਾਰਾਜ ਜੀਆਂ ਨੇ ਪਟੋਲਾ ਪਾੜਨ ਦੀ ਗੱਲ ਕੀਤੀ ਹੈ। ਕਹਿੰਦੇ ਮਹਾਰਾਜ ਹੁਣ ਸਭ ਕੁਝ ਛੱਡ ਕੇ ਚਲਿਆ ਜਾਵਾਂਗਾ ਤੇ ਮੈਂ ਆਪਣੇ ਪਰਮੇਸ਼ਰ ਦੀ ਸੇਵਾ ਕਰਾਂਗਾ, ਜਿਸ ਕਰਕੇ ਜਮਾਂ ਦੀ ਫਾਹੀ ਤੋਂ ਛੁਟਕਾਰਾ ਮਿਲ ਜਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੀਰ ਦੇ ਬਚਨ ਸੁਣੇ ਤੇ ਸ਼ਲੋਕ ਉਚਾਰਨ ਕੀਤਾ। ਘਰ ਹੀ ਮੁੰਦ ਵਿਦੇਸ ਫਿਰ ਨਿਤ ਝੂਰੇ ਸੰਭਾਲੇ। ਕਹਿੰਦੇ ਪਤਨੀ ਘਰ ਵਿੱਚ ਹੈ, ਉਸਦਾ ਪਤੀ ਪਰਦੇਸ ਰਹਿ ਰਿਹਾ ਹੈ, ਉਹ ਸਦਾ ਉਸ ਨੂੰ ਯਾਦ ਕਰਦੀ ਹੈ ਤੇ ਸੁੱਕਦੀ ਜਾਂਦੀ ਹੈ। ਘਰ ਹੀ ਮੁੰਦ ਵਿਦੇਸ ਫਿਰ, ਕਹਿੰਦੇ ਘਰ ਦੇ ਵਿੱਚ ਇਸਤਰੀ ਹੈ, ਜਿਹੜਾ ਉਹਦੇ ਘਰ ਵਾਲਾ ਹੈ ਉਹ ਪਰਦੇਸ ਦੇ ਵਿੱਚ ਹੈ। ਨਿਤ ਝੂਰੇ ਸੰਭਾਲੇ, ਕਹਿੰਦੇ ਨਿਤ ਝੁਰਦੀ ਹੈ ਉਹਦੀ ਯਾਦ ਦੇ ਵਿੱਚ ਵੀ ਕਦੋਂ ਆਏਗਾ, ਤੇ ਨਿਤ ਉਹਨੂੰ ਯਾਦ ਕਰਦੀ ਰਹਿੰਦੀ ਹੈ। ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਕਹਿੰਦੇ ਯਾਦ ਕਰਦੀ ਕਰਦੀ ਸੁੱਕਦੀ ਜਾਂਦੀ ਹੈ, ਵਿਛੋੜੇ ਦਾ ਦੁੱਖ ਲੱਗਦਾ ਜਾਂਦਾ ਹੈ। ਉਸਨੂੰ ਆਪਣੇ ਪਤੀ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ। ਜੇ ਉਹ ਆਪਣੇ ਮਨ ਦਾ ਦਵੈਤ ਭਾਵ ਗਵਾ ਕੇ ਸੱਚੇ ਰਸਤੇ ਆਪਣੇ ਮਨ ਨੂੰ ਪਾ ਲਏ। ਮਾਰੇ ਕਹਿੰਦੇ ਇੱਕ ਤੇ ਇਸਤਰੀ ਉਹ ਹੈ ਜਿਸ ਦਾ ਪਤੀ ਆਪ ਘਰ ਦੇ ਵਿੱਚ ਰਹਿੰਦੀ ਹੈ, ਪਤੀ ਵਿਦੇਸ਼ ਵਿੱਚ ਗਿਆ ਤੇ ਉਹਦੇ ਵਿਛੋੜੇ ਦੇ ਵਿੱਚ ਝੁਰਦੀ ਹੈ, ਉਹਨੂੰ ਯਾਦ ਕਰਦੀ ਹੈ, ਸੁੱਕਦੀ ਜਾਂਦੀ ਹੈ। ਕਹਿੰਦੇ ਉਹਨੂੰ ਤੇ ਛੇਤੀ ਮਿਲ ਪੈਂਦਾ ਹੈ, ਕਿਉਂਕਿ ਪਰਮੇਸ਼ਰ ਓਨਾ ਹੀ ਛੇਤੀ ਮਿਲਾਪ ਕਰਾਵਾ ਦਿੰਦਾ ਜਿੰਨੀ ਤਾਂਘ ਹੁੰਦੀ ਹੈ। ਤੇ ਇੱਕ ਪਤੀ ਪਤਨੀ ਇਹੋ ਜਿਹੀ ਹੈ ਕਿ ਘਰ ਵਾਲਾ ਘਰੋਂ ਬਾਹਰ ਨਹੀਂ ਹੋਇਆ ਤੇ ਨਾਲ ਦੀ ਨਾਲ ਉਹਨੇ ਹੋਰ ਕੋਈ ਮਰਦ ਅਪਣਾ ਲਿਆ। ਮਾਰੇ ਕਹਿੰਦੇ ਇਹੋ ਜਿਹਾ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਜੇ ਪਰਮੇਸ਼ਰ ਨੂੰ ਮਿਲਣਾ ਹੈ, ਮਨ ਦੇ ਵਿੱਚੋਂ ਦਵੈਤ ਭਾਵਨਾ ਗਵਾ ਕੇ ਸੱਚੇ ਰਸਤੇ ਪੈਣਾ ਪਏਗਾ। ਕਿਹ ਕਾਰਨ ਪਟ ਛੋੜ ਹੀ ਕਾਹੇ ਤਜਹੁ ਆਵਾਸ, ਮਿਲੇ ਆਨ ਘਰ ਕੇ ਵਿਖੇ ਹੋਏ ਸਿਦਕ ਜੇ ਰਾਸ। ਮਹਾਰਾਜ ਜੀ ਨੇ ਬੜੇ ਪਿਆਰ ਦਾ ਬਚਨ ਪੀਰ ਸੇਖ ਬ੍ਰਹਮ ਨੂੰ ਕਿਹਾ। ਕਹਿੰਦੇ ਸੇਖ ਬ੍ਰਹਮ ਜੀ ਕਿਉਂ ਕੱਪੜੇ ਉਤਾਰਨੇ ਨੇ, ਘਰ ਵੀ ਕਿਉਂ ਛੱਡਣਾ ਹੈ, ਉਹ ਘਰ ਵਿੱਚ ਬੈਠਿਆਂ ਹੀ ਮਿਲ ਸਕਦਾ ਹੈ। ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਕਹਿੰਦੇ ਉਹ ਘਰ ਬੈਠਿਆਂ ਹੀ ਪਰਮੇਸ਼ਰ ਮਿਲ ਸਕਦਾ ਹੈ ਜੇ ਸਿਦਕ ਠੀਕ ਹੋਵੇ, ਤੁਹਾਡੀ ਨੀਅਤ ਠੀਕ ਹੈ ਤੇ ਫਿਰ ਪਰਿਵਾਰ ਵਿੱਚ ਰਹਿੰਦਿਆਂ ਵੀ ਮਿਲ ਪਏਗਾ, ਕਾਰੋਬਾਰ ਕਰਦਿਆਂ ਵੀ ਮਿਲ ਪਏਗਾ, ਆਪਣਾ ਪਰਿਵਾਰ ਸਾਂਭਦਿਆਂ ਵੀ ਮਿਲ ਪਏਗਾ। ਜੇ ਨੀਅਤ ਚੰਗੀ ਨਹੀਂ ਹੈ ਫਿਰ ਜਿੱਥੇ ਮਰਜ਼ੀ ਤੁਰੇ ਫਿਰ ਤਾਂ ਵੀ ਨਹੀਂ ਮਿਲੇਗਾ। ਮਾਰੇ ਕਹਿੰਦੇ ਇਹ ਤੇ ਨੀਤ ਤੇ ਗੱਲ ਖੜੀ ਹੈ। ਸੁਣੋ ਸੇਖ ਆਤੁਰ ਘਰ ਹੋਏ। ਕਹਿੰਦੇ ਪੀਰ ਜੀ ਸੁਣੋ, ਔਰਤ ਘਰ ਰਹਿੰਦੀ ਹੈ, ਗਇਓ ਵਿਦੇਸ਼ ਕੰਤ ਹੈ ਜੋਏ, ਜਿਹਦਾ ਪਤੀ ਕੰਤ ਵਿਦੇਸ਼ ਵਿੱਚ ਗਿਆ ਹੋਇਆ। ਭੈ ਨਿਤ ਕਰਤ ਕੰਤ ਚਿਤ ਚਾਹੀ। ਕਹਿੰਦੇ ਉਹ ਸਦਾ ਆਪਣੇ ਪਤੀ ਨੂੰ ਯਾਦ ਕਰਦੀ ਹੈ। ਰੱਖ ਹੈ ਸਿਦਕ ਜੇ ਡੋਲੇ ਨਾਈ। ਕਹਿੰਦੇ ਉਹ ਸਿਦਕ ਰੱਖਦੀ ਹੈ, ਡੋਲਦੀ ਨਹੀਂ ਹੈ, ਆਪਣੀ ਇੱਜ਼ਤ ਨਹੀਂ ਗਵਾਉਂਦੀ, ਹੋਰ ਕਿਸੇ ਦੇ ਵੱਲ ਤੱਕਦੀ ਨਹੀਂ ਹੈ, ਮਗਰ ਨਹੀਂ ਲੱਗਦੀ। ਮਾਰੇ ਕਹਿੰਦੇ ਉਹ ਸਿਦਕ ਰੱਖਦੀ ਹੈ। ਕਹਿੰਦੇ ਆਨ ਮਿਲੇ ਤੇ ਕੰਤ ਵਾਸਾ। ਕਹਿੰਦੇ ਤਾਂ ਉਸਦਾ ਪਤੀ ਉਸਨੂੰ ਘਰ ਆ ਕੇ ਮਿਲਦਾ ਹੈ। ਪ੍ਰੀਤ ਕਰਤ ਨਿਤ ਰਹਿ ਪਾਸ। ਕਹਿੰਦੇ ਪ੍ਰੀਤ ਕਰਦਾ ਹੈ, ਉਸਦਾ ਪਾਸ ਰਹਿੰਦਾ ਹੈ। ਜੇ ਔਰਤ ਹੋਵੇ ਬਦਰਾਹ, ਗਾਫਲ ਭਈ ਅਵਰ ਚਿਤ ਚਾਹ। ਕਹਿੰਦੇ ਜਿਹੜੀ ਔਰਤ ਨੂੰ ਉਹਦੇ ਘਰ ਵਾਲਾ ਵਿਸ਼ਵਾਸ ਕਰਕੇ ਛੱਡ ਕੇ ਵਿਦੇਸ਼ ਦੇ ਵਿੱਚ ਗਿਆ ਹੋਏ ਨਾ,
ਤੇ ਉਹਦੇ ਵਿਦੇਸ਼ ਪਹੁੰਚਦਿਆਂ ਸਾਰ ਉਹ ਇਹ ਸੋਚਣ ਲੱਗ ਜਾਏ ਵੀ ਘਰ ਵਾਲਾ ਨਾਮ ਤੇ ਦੇਖਦਾ ਨਾ ਉਹ ਕੋਲ ਹੈ, ਤੇ ਆਪਾਂ ਨੂੰ ਡਰ ਕਿਸੇ ਦਾ ਨਹੀਂ ਹੈ। ਤੇ ਮਾਰੇ ਕਹਿੰਦੇ ਜੇ ਔਰਤ ਹੋਵੇ ਬਦ ਰਾਹ, ਕਹਿੰਦੇ ਜੇ ਉਹੀ ਇਸਤਰੀ ਮਾੜੇ ਰਸਤੇ ਤੁਰਨ ਵਾਲੀ ਹੋਏ, ਗਾਫਲ ਭਾਈ ਅਵਰ ਚਿਤ ਜਾ, ਕਹਿੰਦੇ ਆਪਣੇ ਪਤੀ ਨੂੰ ਭੁੱਲ ਗਈ ਹੋਏ, ਹੋਰਨਾਂ ਨੂੰ ਚਿੱਤ ਵਿੱਚ ਚਾਹੁੰਦੀ ਹੋਏ, ਉਹਦੇ ਹਾਲਾਤ ਪਤਾ ਕਿਹੋ ਜਿਹੇ ਹੁੰਦੇ ਨੇ, ਕਹਿੰਦੇ ਤਿਹ ਕੋ ਕੰਤ ਭੁਲਾਵਹਿ ਮਨ ਤੇ, ਕਹਿੰਦੇ ਅਜਿਹੀ ਇਸਤਰੀ ਨੂੰ ਪਤੀ ਮਨ ਤੋਂ ਭੁਲਾ ਦਿੰਦਾ ਹੈ। ਦੁਖੀ ਦੁਹਾਗਣ ਫਿਰ ਹੈ ਜੋ ਅੰਨ ਤੇ, ਕਹਿੰਦੇ ਦੁਖੀ ਦੁਹਾਗਣ ਹੋ ਕੇ ਉਹ ਹਰ ਥਾਂ ਫਿਰਦੀ ਰਹਿੰਦੀ, ਕਹਿੰਦੇ ਜਿਹੜਾ ਘਰ ਵਾਲਾ ਹੈ ਉਹਦੇ ਲੜ ਲੱਗੀ ਹੈ, ਉਹ ਤੇਰੀ ਜ਼ਿੰਮੇਵਾਰੀ ਚੱਕੇਗਾ। ਉਹ ਆਪਣੇ ਮਾਰਾ ਨਹੀਂ ਘਰ ਛੱਡ ਕੇ ਗਿਆ, ਸ਼ਾਇਦ ਉਹ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਨ ਵਾਸਤੇ ਚਲਿਆ ਗਿਆ ਹੋਏ। ਕਹਿੰਦੇ ਜੇ ਬਦ ਚੱਲਣ ਇਸਤਰੀ ਹੈ, ਆਪਣੇ ਘਰ ਵਾਲੇ ਦੀਆਂ ਭਾਵਨਾ ਨੂੰ ਨਹੀਂ ਸਮਝਦੀ, ਕਿਸੇ ਹੋਰ ਦੇ ਮਗਰ ਲੱਗ ਜਾਂਦੀ ਹੈ, ਉਹ ਤਨ ਦਾ ਸੁਹਾਗਰ ਹੁੰਦਾ ਹੈ। ਤੇ ਮਾਰੇ ਕਹਿੰਦੇ ਤਨ ਦਾ ਹੁਸਨ ਜਾਣ ਤੋਂ ਬਾਅਦ ਜਿਹੜਾ ਬਾਹਰਲਾ ਅਪਣਾਇਆ ਹੁੰਦਾ ਹੈ ਉਹ ਛੱਡ ਕੇ ਚਲਿਆ ਜਾਂਦਾ ਹੈ, ਤੇ ਆਖਰਕਾਰ ਘਰ ਵਾਲੇ ਤੋਂ ਵੀ ਮੁਨਕਰ ਹੋ ਜਾਂਦੀ ਹੈ, ਪਾਸੇ ਹੋ ਜਾਂਦੀ ਹੈ। ਫਿਰ ਦੁਖੀ ਦੁਹਾਗਣ ਫਿਰ ਹੈ ਜੋ ਅੰਨ ਤੇ, ਕਹਿੰਦੇ ਫਿਰ ਦੁਖੀ ਹੋ ਕੇ ਦੁਹਾਗਣ ਹੋ ਕੇ ਪਤੀ ਨੂੰ ਵੀ ਛੱਡ ਬਹਿੰਦੀ ਹੈ, ਤੇ ਧੱਕੇ ਖਾਂਦੀ ਰਹਿੰਦੀ ਹੈ, ਹੋਰ ਥਾਂ ਤੇ ਫਿਰਦੀ ਰਹਿੰਦੀ ਹੈ। ਸੁਨ ਅਚ ਬਚਨ ਸੇਖ ਸੁਖ ਪਾਏ, ਇਸ ਤਰ੍ਹਾਂ ਦੇ ਬਚਨ ਜਦੋਂ ਸੇਖ ਨੇ ਸੁਣੇ ਨਾ, ਉਸ ਪੀਰ ਨੇ ਬੜਾ ਸੁਖ ਪਾਇਆ। ਬੂਝੀ ਬਹੁਰੋ ਖਬਰ ਖੁਦਾਏ, ਫਿਰ ਖੁਦਾ ਦੀ ਪਰਮੇਸ਼ਰ ਦੀ ਖਬਰ ਪੁੱਛੀ। ਫਰੀਦ ਸਾਹਿਬ ਜੀ ਦਾ ਸ਼ਲੋਕ ਉਚਾਰਨ ਕੀਤੇ, ਕਹਿੰਦੇ ਫਰੀਦਾ ਨੱਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ, ਤੁਹਾਨੂੰ ਕੋ ਕਹਿੰਦੀ ਗੋਰ ਮੈਂ, ਤੈ ਸਹਿ ਨਾ ਮਿਲਿਆਸ। ਦੇ ਪਰਮੇਸ਼ਰ ਦੀ ਯਾਦ ਪੁੱਛੀ। ਕਹਿੰਦੇ ਹੇ ਫਰੀਦਾ, ਜਦ ਇਸਤਰੀ ਜਵਾਨ ਹੁੰਦੀ ਹੈ ਉਹ ਆਪਣੇ ਪਤੀ ਨੂੰ ਮਾਣਦੀ ਨਹੀਂ, ਜਦੋਂ ਉਹ ਬੁੱਢੀ ਹੋ ਜਾਂਦੀ ਹੈ, ਮਰ ਜਾਂਦੀ ਹੈ, ਕਬਰ ਵਿੱਚ ਪਈ ਹੋਈ ਪਤੀ ਨੂੰ ਪੁਕਾਰਦੀ ਹੈ ਕਿ ਹੇ ਮੇਰੇ ਪਤੀ ਮੈਂ ਤੈਨੂੰ ਮਿਲ ਨਹੀਂ ਸਕੀ। ਇਹ ਬਾਹਰੀ ਅਰਥ ਹੈ, ਪਰ ਜਿਹੜਾ ਇਸ ਸ਼ਬਦ ਦਾ ਅੰਤਰੀਵ ਅਰਥ ਹੈ ਉਹ ਇਹ ਹੈ ਕਿ ਬੰਦਾ ਦੁਨੀਆ ਤੇ ਆਉਂਦਾ ਹੈ, ਬੜੇ ਆਨੰਦ ਮਾਣਦਾ ਹੈ, ਆਨੰਦ ਮਾਣਦਿਆਂ ਮਾਣਦਿਆਂ ਮਾਰੇ ਕਹਿੰਦੇ ਨੇ ਕਾਲੀ ਹੂੰ ਫੁਨ ਧੌਲੇ ਆਏ, ਬਿਨ ਨਾਵੈ ਗਤ ਗਿਆ ਗਵਾਏ। ਆਨੰਦ ਮਾਣਦਿਆਂ ਮਾਣਦਿਆਂ ਬੁਢੇਪਾ ਆ ਜਾਂਦਾ, ਦੁਨੀਆ ਤੋਂ ਚਲਿਆ ਜਾਂਦਾ ਹੈ। ਫਿਰ ਇਸ ਗੱਲ ਦਾ ਪਛਤਾਵਾ ਹੁੰਦਾ ਵੀ ਮਨਾ ਜਿਸ ਕਾਰਜ ਵਾਸਤੇ ਦੁਨੀਆ ਤੇ ਆਇਆ ਸੀ ਉਹ ਕਾਰਜ ਨਹੀਂ ਕੀਤਾ, ਜਿਸ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਗਰਭ ਧਾਰਨ ਕਰਦਾ ਰਿਹਾ ਉਸ ਪਰਮੇਸ਼ਰ ਨੂੰ ਕਦੀ ਯਾਦ ਨਹੀਂ ਕੀਤਾ, ਮਿਲ ਨਹੀਂ ਸਕਿਆ। ਕਹਿੰਦੇ ਫਿਰ ਕਬਰ ਦੇ ਵਿੱਚ ਪਿਆ ਬੰਦਾ, ਉਹਦੀ ਜਿਹੜੀ ਆਤਮਾ ਹੈ, ਸੂਖਮ ਬੁੱਧੀ ਹੈ, ਸੂਖਮ ਸਰੀਰ ਹੈ, ਜਦੋਂ ਪਰਮੇਸ਼ਰ ਦੇ ਦਰ ਜਾ ਕੇ ਉਹ ਲੇਖਾ ਦਿੰਦਾ ਹੈ, ਫਿਰ ਉਹ ਕਹਿੰਦੇ ਪਰਮੇਸ਼ਰ ਜ਼ਿੰਦਗੀ ਮਾਣੀ ਹੈ, ਆਨੰਦ ਮਾਣਿਆ, ਜਿਸ ਕਾਰਜ ਵਾਸਤੇ ਤੂੰ ਮੈਨੂੰ ਸਰੀਰ ਦਿੱਤਾ ਸੀ ਉਹ ਕਾਰਜ ਨਹੀਂ ਕੀਤਾ। ਜਵਾਨ ਉਮਰ ਵਿੱਚ ਯਾਦ ਨਹੀਂ ਕੀਤਾ, ਬਿਰਧ ਹੋ ਗਈ ਤਾਂ ਇੰਦਰੀਆਂ ਦਾ ਬਲ ਨਾਸ ਹੋ ਗਿਆ। ਕਹਿੰਦੇ ਤੁਰਨ ਬੈਸ ਨੇ ਚੇਤਨ ਕੀਨੋ, ਬਿਰਧ ਭਇਓ ਇੰਦਰੀ ਬਲ ਖੀਨੋ। ਜਦੋਂ ਤੇ ਜਵਾਨ ਸੀ ਉਦੋਂ ਉੱਠ ਕੇ ਗੁਰਦੁਆਰੇ ਨਹੀਂ ਆਇਆ ਗਿਆ, ਜਦੋਂ ਬਿਰਧ ਹੋ ਗਿਆ ਕਹਿੰਦੇ ਇੰਦਰੀਆਂ ਦਾ ਬਲ ਨਾਸ ਹੋ ਗਿਆ, ਪੈਰ ਚੱਲਣ ਜੋਗੇ ਨਹੀਂ ਹੈ, ਅੱਖਾਂ ਦੇਖਣ ਜੋਗੀਆਂ ਨਹੀਂ ਹੈ, ਜ਼ੁਬਾਨ ਬੋਲਣ ਜੋਗੀ ਨਹੀਂ ਹੈ, ਉਦੋਂ ਰੱਬ ਯਾਦ ਆ ਗਿਆ। ਕਹਿੰਦੇ ਗੌਰ ਵੇਖਿਆ ਹੈ ਚੱਲਣ ਤਿਆਰੀ, ਗੌਰ ਕਹਿੰਦੇ ਨੇ ਕਬਰ ਨੂੰ, ਕਹਿੰਦੇ ਭਾਈ ਹੁਣ ਤੇ ਕਬਰ ਵਿੱਚ ਜਾਣ ਦੀ ਤਿਆਰੀ ਹੈ। ਪਰਮੇਸ਼ਰ ਨੂੰ ਮਿਲਣ ਦਾ ਵੇਲਾ ਇਹ ਨਹੀਂ ਹੈ ਕਿ ਜਦੋਂ ਦਾੜੀ ਤੇ
चिट्टा रंग आ जाए, चिट्टे वाल आ जाए, सिर चिट्टा हो जाए, लत्तां मुड़ जाण, बजुर्ग हो जाए, हत्थ दे विच डंगोरी होए, उदों गुरद्वारे आउणे। परमेश्वर नूं मिलण दा कोई समा नहीं है। मारे कहंदे ने हरेक सवास दे नाल उम्र दे हरेक पड़ाव दे विच रब नूं याद रखना चाहिए, उहनूं सिमरना चाहिए। कहंदे गोर वेख्या है चलन तिआरी, कहंदे जदों कबर दे विच लत्तां चलियां जांदियां ने उदों परमेश्वर नूं मिलना तुर पैंदे ने। कईयां नूं इह मन दी हुंदी है भी हजे की है रब नूं याद करन नूं, हजे की है गुरद्वारे जाण नूं बथेरा समा पिया, जा वड़िया करांगे। क्योंकि बहुतिਆਂ ने मन विच इह सोचिਆ है भी गुरद्वारे जाना ते शायद बजुर्गां दा काम ही है भी अमृत वेले सारे टब्बर की एक बेबे ने जिम्मेवारी चकी हुंदी है भी उहने कली ने गुरद्वारे जाना, उधरों सारे टब्बर की एक बापू ने जिम्मेवारी चकी हुंदी है भी साडा कल्ला बापू ही सानूं तार लएगा। बापू ते भाई अपना सूत करी आउंदा काम, आए दा अपना आप ही कारज सवारना पै गया। क्योंकि गुरु ग्रंथ साहिब महाराज बड़े प्यार का वचन कहंदे ने, कहंदे अपना हथी अपना आपे ही कारज सवारी है। जे तुहाडा बजुर्ग आ रहा है उहदा फल भी उहनूं मिलेगा, जे तुहाडी बजुर्ग माता आ रही है उहनूं फल उहदा मिलेगा। तुहानूं अपना फल लैना पएगा परमेश्वर दे दर आके। ते महाराज जी ने बड़े प्यार का वचन किया, कहंदे गोर वेखे है चलन तिआरी, अब साहिब सो मिलना भारी। कहंदे भाई जदों कबर दे विच लत्तां चलियां जाण ना, सिवियां वाल नूं मूँह हुंदा जाए, उदों परमेश्वर नूं मिलना बड़ा औखा हो जाता है। पूर्व खिज मत कंत न होई, क्यों अवनार मिलै है सोई। कहंदे जिहड़ी पत्नी पहला पति की सेवा ना कर सकी, उस नार नूं हुण पति क्यों मिलेगा। जिहड़ी घरवाली अपने घरवाले दीयां भावना नहीं समझ सकी, वो गवा बैठी है, दोबारा वो कदी नहीं मिलेगा। कहंदे भाई तू परमेश्वर की याद विच लगन वास्ते आया सी, उहदी सेवा नहीं कर सकी, हुण परमेश्वर तैनूं किवें मिलेगा। लत्तां ते तेरियां कबर वल पैंदियां जांदियां ने। गोरख विख्या चलन है तिआरी, अब साहिब सो मिलना भारी। कहंदे हुण परमेश्वर नूं मिलना बड़ा औखा है। सेख बचन सुन ज्ञान उदारा, तिह सो बहुर श्लोक उचारा। पीर दे बचन सुन के गुरु नानक साहिब महाराज जी ने उस वास्ते एक श्लोक उचारण किया। मारे कहंदे महल कुचजी मर बड़ी काली, मनो हो कुसुध जे गुण होवण, ताम पिर रवै नानक अवगुण मुंद। कहंदे बेसमझ रूह रूपी पत्नी है ना जिहड़ी देह दी मड़ी विच खचत होई है, वो काले ते अपवित्र मन वाली है। जे उस विच नेकियां होण केवल तद ही वो परमेश्वर नूं मान सकदी है, अपने पति नूं मान सकदी है। हुण जिस इस्त्री दे अंदर बेसमझ है, देही दे विच अपने सुनखेपण दे विच खचत होई है। हुण बहुतिਆਂ ਨੂੰ इस गल्लों अपना घर वाला परिवार नहीं हुंदा, वो फील करदियां ने भी मां प्यो ने धक्के दे नाल रिश्ता कर दिता है, पर मैनूं ते पसंद नहीं सी। मारे कहंदे महल कुचजी मर बड़ी काली, मनो हो कुसुध। हुण कईयां दीयां इहो जिहियां भावना हुंदियां ने भी जिन्हां दे लड़ उन्हां दा मां प्यो ला दिंदा है, उन्हां दे वास्ते प्रेम नहीं जगा सकदी। क्योंकि मन करके नफरत है भी ये सही नहीं है, इहदा रंग सही नहीं है, इहदा ढंग सही नहीं है, रूप रेख नहीं है, ये सोहना नहीं है। मारे कहंदे बेसमझ है तो काले ते अपवित्र मन वाली है, उहदा मन नेकी वाला नहीं है, उहदा मन चंगा नहीं है। कहंदे जे उस विच नेकियां होण तां ही अपने पति नूं मान सकदी है। धी नूं नेकियां सिखाउंदी है मां भी, सहुरे घर जाके इस तरीके दे नाल विचरना, इस तरीके दा काम करना है, तेरी बोल बाणी इहो जी होनी चाहिदी है, फिर ही उत्थे गुजारा कर सकदी है, कट सकदी है, अपने पति नूं मान सकदी है।
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ ਤਾਂ ਉਹ ਪਤਨੀ ਬਦੀਆਂ ਦੇ ਨਾਲ ਭਰਪੂਰ ਹੈ, ਜਿਹੜੀ ਆਪਣੇ ਪਤੀ ਨੂੰ ਸਹੀ ਢੰਗ ਤਰੀਕੇ ਦੇ ਨਾਲ ਸਮਝ ਨਹੀਂ ਸਕੀ ਤੇ ਅਪਣਾ ਨਹੀਂ ਸਕੀ, ਉਹਦਾ ਸਤਿਕਾਰ ਨਹੀਂ ਕਰ ਸਕੀ। ਮਹਾਰਾਜ ਕਹਿੰਦੇ ਮਹਿਲ ਕੁਜਜੀ ਵਿਖਿਆ ਰਤ ਕਾਲੀ ਕਲਮਲ ਸੰਗ, ਦਵੈਤ ਹਿਰਦੈ ਬਦ ਸੋਏ ਅਤ ਕਿਉ ਮਾਣੇ ਫਿਰ ਸੰਗ। ਮਹਾਰਾਜ ਕਹਿੰਦੇ ਕੁਚੱਜੀ ਕਾਲੀ ਇਸਤਰੀ ਨੇ ਪਾਪਾਂ ਤੇ ਵਿਸ਼ਿਆਂ ਨਾਲ ਪ੍ਰੀਤ ਲਾਈ ਹੈ, ਉਹ ਪਤੀ ਦੇ ਘਰ ਜਾ ਕੇ ਵੀ ਪਾਪ ਨਹੀਂ ਛੱਡਦੀ, ਵਿਸ਼ੇ ਵਿਕਾਰ ਨਹੀਂ ਛੱਡਦੀ। ਦਵੈਤ ਹਿਰਦੈ ਬਦ ਸੋਏ ਅਬ ਕਿਉਂ ਮਨ ਫਿਰ ਰੰਗ। ਕਹਿੰਦੇ ਹਿਰਦੇ ਵਿੱਚ ਦਵੈਤ ਹੈ, ਮੰਦੀ ਵਾਸਨਾ ਹੈ। ਕਹਿੰਦੇ ਅਜਿਹੀ ਇਸਤਰੀ ਆਪਣੇ ਪਤੀ ਨਾਲ ਕਦੀ ਵੀ ਨਹੀਂ ਰੰਗ ਮਾਣ ਸਕਦੀ, ਜਿਹਨੂੰ ਉਹਦੇ ਤੇ ਭਰੋਸਾ ਨਹੀਂ ਹੈ, ਇਕਾਗਰਤਾ ਨਹੀਂ ਹੈ, ਪ੍ਰੇਮ ਨਹੀਂ ਹੈ, ਭਾਵਨਾ ਨਹੀਂ ਹੈ, ਸਦਾ ਇਸ ਨਜ਼ਰ ਦੇ ਨਾਲ ਦੇਖਣਾ ਵੀ ਇਹ ਚੰਗਾ ਨਹੀਂ ਹੈ, ਸਿਆਣਾ ਨਹੀਂ ਹੈ, ਇਹ ਮਾੜਾ ਹੈ, ਝੱਲਾ ਹੈ, ਇਹ ਕਾਲਾ ਹੈ। ਜੇ ਇਸ ਤਰੀਕੇ ਦੇ ਨਾਲ ਸਮਝਦੀ ਹੈ ਮਾਰੇ ਕਹਿੰਦੇ ਕਦੀ ਵੀ ਉਹਦਾ ਪਿਆਰ ਨਹੀਂ ਬਣ ਸਕਦਾ। ਕਹਿੰਦੇ ਜੇ ਪਰਮੇਸ਼ਰ ਨੂੰ ਵੀ ਬੰਦਾ ਇਸੇ ਤਰੀਕੇ ਦੇ ਨਾਲ ਤੱਕੇਗਾ, ਪਰ ਰੱਬ ਦੇ ਨਾਲ ਕਦੀ ਪਿਆਰ ਨਹੀਂ ਬਣਦਾ। ਕੰਤ ਸੁਗੜ ਉਸ ਨਾਕ ਮਨੋਗ ਜਾਨਤ ਧਨ ਨਹਿ ਰਾਵਣ ਜੋਗ। ਕਹਿੰਦੇ ਪਤੀ ਪਰਮੇਸ਼ਵਰ ਸਿਆਣਾ ਬਾਂਕਾ ਤੇ ਸੁੰਦਰ ਹੈ, ਜਿਸ ਇਸਤਰੀ ਨੂੰ ਉਹ ਰਮਣ ਯੋਗ ਨਹੀਂ ਨਾ ਜਾਣਦਾ, ਉਸ ਇਸਤਰੀ ਨੂੰ ਉਹ ਛੱਡ ਦਿੰਦਾ ਹੈ। ਜਿਹੜੀ ਸੁਚੱਜੀ ਨਾਰ ਹੈ ਸਦਾ ਆਦ, ਜਿਸ ਦੇ ਸ਼ਿੰਗਾਰ ਨੇ ਪਤੀ ਪਰਮੇਸ਼ਰ ਉਸੇ ਨੂੰ ਪਿਆਰ ਕਰਦਾ। ਕਹਿੰਦੇ ਭਾਈ ਜਿਹੜਾ ਸਿੱਖ ਹੈ ਨਾ, ਜੇ ਉਹ ਚੰਗਾ ਹੈ, ਸੁਚੱਜਾ ਹੈ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨ ਵਾਲਾ ਹੈ, ਪਰਮੇਸ਼ਰ ਵੀ ਉਹਨੂੰ ਪਿਆਰ ਕਰਦਾ। ਜਿਹੜਾ ਸੁਚੱਜਾ ਨਹੀਂ ਹੈ, ਚੰਗਾ ਨਹੀਂ ਹੈ, ਪਰਮੇਸ਼ਰ ਦਾ ਦਿੱਤਾ ਹੋਇਆ ਹਾਰ ਸ਼ਿੰਗਾਰ ਮਨ ਤੇ ਕਰਦਾ ਨਹੀਂ ਹੈ, ਰੱਬ ਉਹਨੂੰ ਕਦੀ ਵੀ ਨਹੀਂ ਆਪਣੇ ਨੇੜੇ ਲਗਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਚਨ ਕੀਤਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਪਾਤਸ਼ਾਹ ਜੀ ਨੇ ਇਹ ਸਾਡਾ ਸ਼ਿੰਗਾਰ ਬਣਾਇਆ। ਮਾਰੇ ਕਹਿੰਦੇ ਜਿਹੜੀ ਇਸਤਰੀ ਆਪਣੇ ਪਤੀ ਦੇ ਦੱਸੇ ਅਨੁਸਾਰ ਹਾਰ ਸ਼ਿੰਗਾਰ ਨਹੀਂ ਕਰ ਸਕਦੀ, ਉਹ ਖੁਸ਼ ਕਿਵੇਂ ਕਰ ਲਏਗੀ। ਜਿਹੜਾ ਸਿੱਖ ਆਪਣੇ ਗੁਰੂ ਦੇ ਦਰਸਾਏ ਮਾਰਗ ਤੇ ਨਹੀਂ ਚੱਲ ਸਕਦਾ, ਉਹ ਰੱਬ ਕਿਵੇਂ ਪਾ ਲਏਗਾ। ਕਾਮ ਕ੍ਰੋਧ ਲੋਭ ਅਹੰਕੂਰ, ਮਨ ਕੁਚਾਲ ਕੀ ਕੀਨ ਜੇ ਦੂਰ, ਤਿਸ ਸੋ ਰਾਗ ਹੈ ਕਰ ਹੀ ਪਿਆਰਾ, ਬਿਨਾ ਸ਼ਿੰਗਾਰ ਧਨ ਸਦਾ ਖੁਆਰਾ। ਕਹਿੰਦੇ ਜੋ ਇਸਤਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠੇ ਤੇ ਭੈੜੇ ਚਾਲਿਆਂ ਦਾ ਮੇਲ ਦੂਰ ਕਰ ਦਿੰਦੀ ਹੈ ਨਾ, ਸਾਂਝ ਨਹੀਂ ਰੱਖਦੀ, ਕਹਿੰਦੇ ਤਿਸ ਕੋ ਰਾਗ ਹੈ ਕਰ ਹੀ ਪਿਆਰਾ। ਕਹਿੰਦੇ ਪਤੀ ਪਰਮੇਸ਼ਰ ਉਸ ਨੂੰ ਬੜੇ ਪਿਆਰ ਦੇ ਨਾਲ ਰਮਣ ਕਰਦਾ ਹੈ। ਜਿਹੜਾ ਸਿੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੀ ਨੀਤੀ ਛੱਡਦਾ, ਉਹਨੂੰ ਪਰਮੇਸ਼ਰ ਅਪਣਾ ਲੈਂਦਾ। ਜਿਵੇਂ ਇੱਕ ਸੁਚੱਜੀ ਲੜਕੀ ਨੂੰ ਇੱਕ ਲੜਕਾ ਅਪਣਾ ਲੈਂਦਾ ਨਾ, ਉਹਦਾ ਪਤੀ ਅਪਣਾ ਲੈਂਦਾ। ਕਹਿੰਦੇ ਭਾਈ ਜੇ ਤੂੰ ਦੁਨੀਆ ਦੇ ਵਿੱਚ ਆਇਆ, ਤੂੰ ਸੁਚੱਜਾ ਹੋ ਜਾਏਗਾ, ਤੈਨੂੰ ਪਰਮੇਸ਼ਰ ਅਪਣਾ ਲਏਗਾ। ਕਹਿੰਦੇ ਬਿਨਾਂ ਸ਼ਿੰਗਾਰ ਧਨ ਸਦਾ ਖੁਆਰਾ। ਪਰਮੇਸ਼ਰ ਦੇ ਸ਼ਿੰਗਾਰ ਬਗੈਰ ਜਿਹੜੀ ਮਨੁੱਖੀ ਇਸਤਰੀ ਹੈ ਉਹ ਸਦਾ ਖੁਆਰ ਹੁੰਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇਸਤਰੀ ਨੂੰ ਸੰਬੋਧਨ ਕਰਕੇ ਸਾਨੂੰ ਕਿਉਂ ਸਮਝਾਇਆ। ਵਡਹੰਸ ਰਾਗ ਦੀ ਵਾਰ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ, ਇੱਕ ਸੱਚਾ ਸਤਿਗੁਰ ਪੁਰਖ ਹੈ, ਹੋਰ ਸਗਲੀ ਨਾਰ ਸਬਾਈ। ਸਾਡਾ ਸਾਰਿਆਂ ਦਾ ਪਤੀ ਪਰਮੇਸ਼ਰ ਹੈ, ਅਸੀਂ ਸਾਰੇ ਉਹਦੀਆਂ ਨਾਰੀਆਂ ਹੈ। ਉਹ ਕੇਵਲ ਸੱਚਾ ਪੁਰਖ ਹੀ, ਪਰਮੇਸ਼ਰ ਹੀ ਸਾਡਾ ਪਤੀ ਹੈ। ਆਪਾਂ ਜਿੰਨੇ ਵੀ ਬੈਠੇ ਸਾਰੀਆਂ ਉਹਦੀਆਂ ਇਸਤਰੀਆਂ ਹਨ। ਜਿਵੇਂ ਇੱਕ ਮਹਾਰਾਜੇ ਦੀਆਂ ਰਾਣੀਆਂ ਪਟਰਾਣੀਆਂ ਹੁੰਦੀਆਂ ਨੇ ਨਾ, ਇਸੇ ਤਰ੍ਹਾਂ ਉਸ ਅਕਾਲ ਪੁਰਖ ਮਹਾਰਾਜ ਪਰਮੇਸ਼ਰ ਦੀਆਂ ਵੀ ਆਪਾਂ ਸਾਰੀਆਂ ਇਸਤਰੀਆਂ ਹੀ ਆ। ਕੰਤ ਵਿਖਿਆ ਲਖ ਦੋਸ਼ ਨਾ ਕੋ, ਕਰਤ ਅਵਗਿਆ ਧਨ ਹਿਤ ਖੋ। ਕਹਿੰਦੇ ਪਤੀ ਪਰਮੇਸ਼ਰ ਦੇ ਵਿੱਚ ਕੋਈ ਦੋਸ਼ ਨਾ ਦੇਖੇ। ਹੁਣ ਜਿਹੜਾ ਰੱਬ ਦੇ ਵਿੱਚ ਹੀ ਘਾਟ ਕੱਢੀ ਜਾਏਗਾ, ਉਹ ਰੱਬ ਨੂੰ ਕਿਵੇਂ ਧਿਆ ਲਏਗਾ, ਉਹਦੀ ਰੱਬ ਤੇ ਸ਼ਰਧਾ ਕਿਵੇਂ ਬਣੇਗੀ।
ਜਿਹੜੀ ਘਰਵਾਲੀ ਆਪਣੇ ਘਰ ਦੇ ਵਿੱਚ ਘਾਟਾਂ ਕੱਢਦੀ ਹੈ, ਆਪਣੇ ਘਰਵਾਲੇ ਦੇ ਵਿੱਚ ਊਣਤਾਈਆਂ ਦੇਖਦੀ, ਉਹ ਕਦੀ ਵੀ ਉਹਨੂੰ ਅਪਣਾ ਨਹੀਂ ਸਕਦੀ। ਜੇ ਸਿੱਖ ਗੁਰੂ ਦੇ ਵਿੱਚ ਘਾਟਾਂ ਕੱਢੇਗਾ ਤੇ ਸਿੱਖ ਦੀ ਗੁਰੂ ਤੇ ਸ਼ਰਧਾ ਕਿਵੇਂ ਬਣੇਗੀ? ਕਰਤ ਅਵਗਿਆ ਧਨ ਹਿਤ ਖੋ, ਕਹਿੰਦੇ ਜਿਹੜੀ ਇਸਤਰੀ ਐਸੇ ਕੰਤ ਨੂੰ ਛੱਡ ਕੇ ਵਿਸ਼ਿਆਂ ਨਾਲ ਚੱਲ ਰਹੀ ਹੈ, ਕਹਿੰਦੇ ਤਿਹ ਕੋ ਤਿਆਗ ਵਿਖਿਆ ਸੰਗਰਾਚੀ। ਕਹਿੰਦੇ ਜਿਹੜੀ ਇਸਤਰੀ ਆਪਣੇ ਪਤੀ ਦੀਆਂ ਗੱਲਾਂ ਛੱਡ ਕੇ, ਪਿਆਰ ਛੱਡ ਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਰਚ ਜਾਂਦੀ ਹੈ, ਸ਼ੇਖ ਜੀ ਕਦੀ ਮਨ ਦੇ ਵਿੱਚ ਝਾਤੀ ਮਾਰੋ, ਉਹ ਜਿਹੜਾ ਪਤੀ ਹੈ ਉਹ ਆਪਣੀ ਇਸਤਰੀ ਦੇ ਨਾਲ ਪਿਆਰ ਕਰੇਗਾ? ਕਦੀ ਨਹੀਂ ਕਰੇਗਾ, ਕਿਉਂਕਿ ਉਹਨੇ ਆਪਣੇ ਘਰ ਵਾਲੇ ਦੀ ਅਵਗਿਆ ਕੀਤੀ ਹੈ। ਤੇ ਜਿਹੜਾ ਪੀਰ ਮੁਰੀਦ ਆਪਣੇ ਪਰਮੇਸ਼ਰ ਦੀ ਅਵਗਿਆ ਕਰੇਗਾ, ਕਿ ਪਰਮੇਸ਼ਰ ਉਹਨੂੰ ਅਪਣਾ ਲਏਗਾ? ਕਦੀ ਨਹੀਂ ਅਪਣਾਏਗਾ। ਸੁਣ ਤੇ ਸੇਖ ਪੁਨ ਗਿਰਾ ਉਚਾਰੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਗੱਲ ਸੁਣ ਕੇ ਪੀਰ ਨੇ ਮਹਾਰਾਜ ਜੀਆਂ ਨੂੰ ਬਚਨ ਕੀਤਾ, ਕਹਿੰਦੇ ਕਾਵਣ ਸੋ ਅੱਖਰ ਕਾਵਣ ਗੁਣ ਕਾਵਣ ਸੋ ਮਣੀਆਂ ਮੰਤ, ਕਾਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਕਹਿੰਦੇ ਕਿਹੜਾ ਉਹ ਸ਼ਬਦ, ਕਿਹੜੀ ਉਹ ਨੇਕੀ, ਕਿਹੜਾ ਉਹ ਜਵਾਹਰਤ, ਕਿਹੜਾ ਉਹ ਜਾਦੂ ਟੂਣਾ ਹੈ, ਉਹ ਕਿਹੜੀ ਪੁਸ਼ਾਕ ਹੈ ਜਿਸ ਨੂੰ ਮੈਂ ਧਾਰਨ ਕਰਾਂ, ਜਿਸ ਦੁਆਰਾ ਮੈਨੂੰ ਪਰਮੇਸ਼ਰ ਮਿਲ ਜਾਏ ਤੇ ਮੇਰੇ ਮਨ ਦੇ ਵਿੱਚ ਵਸ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਉਚਾਰਨ ਕਰ ਕਰਕੇ ਸਵਾਲ ਕਰ ਰਹੇ ਨੇ, ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦੀ ਸ਼ੇਖ ਬ੍ਰਹਮ ਜੀ ਗੱਦੀ ਤੇ ਵਿਰਾਜਮਾਨ ਨੇ। ਅੱਗੇ ਫਿਰ ਇੱਕ ਬਚਨ ਉਚਾਰਨ ਕੀਤਾ, ਕਹਿੰਦੇ ਨੇਵਣ ਸੁ ਅੱਖਰ ਖਾਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰਤਾ ਵਸ ਆਵੀ ਕੰਤ। ਨਿਮਰਤਾ ਉਹ ਸ਼ਬਦ ਹੈ, ਖਿਮਾ ਉਹ ਨੇਕੀ ਹੈ, ਜ਼ੁਬਾਨ ਦੀ ਮਿਠਾਸ ਉਹ ਹੀਰੇ ਜਵਾਹਰਤ ਵਰਗਾ ਜਾਦੂ ਮੰਤਰ ਹੈ। ਹੇ ਮੇਰੀ ਭੈਣ, ਤੂੰ ਇਹ ਤਿੰਨੇ ਪੁਸ਼ਾਕਾਂ ਧਾਰਨ ਕਰ, ਕੇਵਲ ਤਦ ਹੀ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਹੋ ਜਾਏਗਾ। ਕਹਿੰਦੇ ਘਰਵਾਲੀ ਦੇ ਵਿੱਚ ਨਿਮਰਤਾ ਹੈ, ਖਿਮਾ ਹੈ, ਨੇਕੀ ਹੈ, ਜ਼ੁਬਾਨ ਦੇ ਵਿੱਚ ਮਿਠਾਸ ਹੈ, ਤੇ ਉਹ ਧੀ ਹੈ ਆਪਣੇ ਸਹੁਰੇ ਘਰ ਵਧੀਆ ਗੁਜ਼ਾਰਾ ਕਰ ਲਏਗੀ, ਜਿਹਦੇ ਵਿੱਚ ਇਹ ਚਾਰ ਗੁਣ ਨੇ। ਨਿਮਰਤਾ ਹੈ, ਖਿਮਾ ਹੈ, ਨੇਕੀ ਹੈ ਤੇ ਜ਼ੁਬਾਨ ਦੀ ਮਿਠਾਸ ਹੈ। ਇਹ ਚਾਰ ਹੀ ਨਹੀਂ ਰਹੀਆਂ। ਇਹ ਨਹੀਂ ਕਿ ਮੈਂ ਤੁਹਾਡੇ ਨਾਲੋਂ 4 ਫੁੱਟ ਉੱਚਾ ਬੈਠਾ ਤੇ ਮੈਂ ਕੋਈ ਜ਼ਿਆਦਾ ਸਿਆਣਾ, ਜਾਂ ਸਾਡੇ ਕੁਝ ਚੱਲਦਾ ਨਹੀਂ ਹੋਣਾ। ਘਰ ਘਰ ਇਹ ਆਗਿਆ ਹੈ। ਮਾਰੇ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਇਹ ਨੇਕੀ ਕਿਸੇ ਦੇ ਵਿੱਚ ਨਹੀਂ ਰਹੀ। ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ ਵੀ ਇੱਕ ਇਸਤਰੀ ਆਪਣੇ ਪਤੀ ਤੇ ਵਿਸ਼ਵਾਸ ਨਹੀਂ ਕਰਦੀ। ਹੁਣ ਇੱਕ ਇਸਤਰੀ ਉਹ ਹੈ ਜਿਹਦਾ ਘਰ ਵਾਲਾ ਵਿਦੇਸ਼ ਦੇ ਵਿੱਚ ਹੈ, ਪਰ ਉਹਨੂੰ ਝੁਰਦੀ ਵੀ ਰਹਿੰਦੀ ਹੈ ਵੀ ਕਦੋਂ ਵਾਪਸ ਆਏਗਾ, ਤੇ ਯਾਦ ਵੀ ਕਰਦੀ ਰਹਿੰਦੀ ਹੈ। ਹੁਣ ਇੱਕ ਇਸਤਰੀ ਅੱਜ ਦੀ ਉਹ ਹੈ ਜਿਹੜੀ 25 ਲੱਖ ਲਵਾ ਕੇ ਬਾਹਰ ਜਾ ਵੜਦੀ ਹੈ, ਉਧਰ ਜਾ ਕੇ ਅਗਲੀ ਫੋਨ ਨਹੀਂ ਚੱਕਦੀ। ਫਿਰ ਜੇ ਅਸੀਂ ਇਹ ਇਤਿਹਾਸ ਪੜ੍ਹਿਆ ਹੁੰਦਾ, ਸਾਡਾ ਸਮਾਜ ਤੇ ਉਹਦੀ ਇੱਜ਼ਤ ਲੀਰੋ ਲੀਰ ਨਹੀਂ ਸੀ ਹੋਣੀ। ਅੱਜ ਦਾ ਵੇਲਾ ਤੇ ਉਦੋਂ ਦਾ ਵੇਲਾ ਕੁਚੱਜੀ ਤੇ ਸੁਚੱਜੀ ਮਹਾਰਾਜ ਜੀਆਂ ਨੇ ਉਚਾਰਨ ਕੀਤੀਆਂ ਨੇ। ਉਦੋਂ ਉਹਨੂੰ ਪੜ੍ਹਿਆ, ਉਹਦੇ ਅਰਥ ਸਮਝੀਏ, ਪਤਾ ਲੱਗ ਜਾਂਦਾ ਸੁਚੱਜੀ ਕੌਣ ਹੁੰਦੀ ਹੈ, ਕੁਚੱਜੀ ਕੌਣ ਹੁੰਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਜਿਹੜੀ ਇਸਤਰੀ ਆਪਣੇ ਪਤੀ ਤੇ ਸ਼ਰਧਾ ਰੱਖਦੀ ਹੈ, ਪਿਆਰ ਰੱਖਦੀ ਹੈ, ਉਹ ਕਿਸੇ ਵੱਲ ਅੱਖ ਭਰ ਕੇ ਨਹੀਂ ਦੇਖਦੀ। ਉਹ ਚੰਗੀਆਂ ਇਸਤਰੀਆਂ ਦੇ ਵਿੱਚ ਆਉਂਦੀ ਹੈ, ਉਹ ਇਮਾਨਦਾਰ ਇਸਤਰੀਆਂ ਦੇ ਵਿੱਚ ਆਉਂਦੀ ਹੈ, ਉਹ ਇੱਜ਼ਤਦਾਰ ਇਸਤਰੀ ਹੈ। ਤੇ ਅੱਜ ਦੀ ਇੱਕ ਇਸਤਰੀ ਉਹ ਹੈ ਜਿਹੜੀ ਅਗਲੀ ਲਵਾ ਕੇ 25 ਲੱਖ ਬਾਅਦ ਚ ਉੱਤਾ ਹੀ ਨਹੀਂ ਵਾਚਦੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪਿਆਰ ਦਾ ਵਚਨ ਕਰਦੇ ਨੇ, ਕਹਿੰਦੇ ਨੇਵਣ ਸੁ ਅੱਖਰ ਖਾਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਹੁਣ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਤੇ ਨਿਮਰਤਾ ਧਾਰਨ ਕਰ ਲਏ, ਇੱਕ ਖਿਮਾ ਹੋਏ, ਇੱਕ ਜ਼ੁਬਾਨ ਦੇ ਵਿੱਚ ਮਿਠਾਸ ਹੋਏ, ਤੇ ਇਸ ਤਰੀਕੇ ਦੇ ਨਾਲ ਵਧੀਆ ਜ਼ਿੰਦਗੀ ਜਿਉਈ ਜਾ ਸਕਦੀ ਹੈ। ਪਰ ਨਾ ਤੇ ਨਿਮਰਤਾ ਹੀ ਹੈ, ਨਾ ਖਿਮਾ ਹੈ, ਨਾ ਕੋਈ ਨੇਕੀ ਰਹੀ ਹੈ, ਨਾ ਜ਼ੁਬਾਨ ਦੇ ਵਿੱਚ ਮਿਠਾਸ ਹੀ ਰਹੀ ਹੈ। ਕਿਉਂਕਿ ਗੱਲ ਇਹ ਹੈ ਕਿ ਸਾਨੂੰ ਕਿਸੇ ਦੀ ਕੀਤੀ ਹੋਈ ਗੱਲ
बर्दाश्त करनी बड़ी औखी हो जाती है। बहुते घर माड़ी जबान करके टुट रहे हैं, बहुतिਆਂ ਦੇ ਵਿੱਚ ਨਿਮਰਤਾ नहीं है, खिमा नहीं है, नेकी नहीं है, इस करके घर टुट रहे हैं। कहते वो किहड़ा शब्द है, किहड़ी वो नेकी है, किहड़ा वो जवारत, किहड़ा वो जादू टूण है जिहदे करके परमेश्वर वस दे विच आ जाए। कहते ने निवण सुअखर खावण गुण जेबा मणिया मंत ए त्रै भैणे वेस करतावा सियावी कंत। कहते निमरता वो शब्द है, खिमा वो नेकी है, ते जबान दी मिठास वो हीरे जवाहरत वर्गा एक जादू मंत्र है। तू ये तिन्ने पोशाका धारण कर लवें ते केवल तद ही तेरा पति तेरे वस विच हो जाएगा। कहते जे ते बोली मिठी है ना, सारा जग तेरे अगे झुक जाएगा। पर यह नहीं कि जिहड़ा तेरे सिर च छित्तर मारे तू उहदे अगे भी झुकी जाए, क्योंकि सिख ने अर्थ कुछ होर समझना सी, गुरबाणी का अर्थ कुछ होर समझ गया। जिवें महाराज जी ने बचन किया ना, वक्त विचारे सो बंदा होए, इस पंक्ति का अर्थ कई लड़ाई ते लाई जाणगे भी उत्थे लड़ाई हो गई, मैं वक्त विचारिया, मैं भज गया, मैं अपनी जान बचा ली। इस चीज़ की इसकी गल नहीं की गुरु साहब ने। असी गलत अर्थ कदी ना करिए जे सानू नहीं समझ आती। उत्ते परमेश्वर ने सानू मनुष्या जीवन का दिते हुए वक्त की गल की है। बंदा होए बंदगी गह है, बंदो होए बंद सुध है। उत्ते परमेश्वर ने सानू बंदे बना के भेजे बंदगी करने वास्ते। इस मनुखा देही दे चले जा रहे वक्त की विचारण करने वास्ते क्या महाराज जी। ये नहीं कि कितने हल्ला बोला हो गया तो उतों हौली किते ने अगले का यब पवा के निकल आओ तो इसी चीज़ को अपनी सियाणप समझी जाइए। ये गुरबाणी के गलत अर्थ कढ़ रहे हैं। हूँ गुरु नानक साहब महाराज जी ने बड़े प्यार का बचन किया, कहते सुनो सेख निवना सब आगे, आखा रहे सब शुभ मार्ग लागे, परमेश्वर दुख सुख जो देवे, यह गुण लखो दो सम खीवे। गुरु नानक साहब महाराज कहने कि पीर जी सुनो, सारिया अगे न्याउना शब्द वरत के मनुख चंगे मार्ग ते चलदा है कि निम्रता धारण करनी। परमेश्वर जेड़े भी सुख ते दुख दिंदा, इस गल नूं गुण समझ के दोवें दुख ते सुख इक्को जे करके जाने चाहिए। इन्हीं के दुख आ जाए परमेश्वर नूं छड्ड देना, सुख आ जाए हंकार जाना। कहते जिहड़ा दुख ते सुख है ना, ये परमेश्वर का दिता होया दात है, ये भी दाता ही नहीं। कहते जे दाता समझ के झोली दे विच पवा लओगे ना, वो सुखां दा घर बन जाणगे। दुख दारू सुख रोग भया। कहते दुख दारू है परमेश्वर नूं याद दिवाउण वास्ते। दुख इहो जी दारू है कि घर दे विच दुख आ जाए तो रब याद आ जाता है। कहते जिहड़ा सुख है वो तेरे वास्ते रोग है। जदों सुख प्राप्त कर लेगा उदों परमेश्वर भुल जाएगा। ते मारे कहते परमेश्वर की सिफत सदा करन विच हीरे जवाहरत वर्गा सुंदर जादू मंत्र है कि निम्रता दे नाल परमेश्वर की सिफत करनी। इस विधि नूं करन दे नाल कंत वस विच हो जांदा है। परमेश्वर अपनी मेहर की दृष्टि धारण कर लैंदा है। कह सिख करके सुन बेरा बहुर लरायो, सगरो झेरा सेवा ते है नदर अपेवा, किदो नदर ते होवे सेवा। पीर महाराज जी नूं कहण लगे, कहंदे महाराज इस तरह नवेड़ा करके फिर झेरा अगे दिसदा है। सेवा करन नाल परमेश्वर की नज़र भेव रहत रहिंदी है। जां उस परमेश्वर की दृष्टि होवे तां सेवा हुंदी है। कहंदे महाराज जे परमेश्वर की नज़र होए सेवा तां हुंदी है, नहीं तो नहीं हुंदी। यह निर्णय कर मोहे बताओ, हृदय ते सब भरम मिटाओ। कहंदे महाराज जे ते परमेश्वर की नज़र होएगी तां ही परमेश्वर के चरणों के नाल मन जुड़ेगा। जे मेरी ना हुई तो परमेश्वर की सेवा किवें करांगा, मन चरणों के नाल जुड़ेगा किवें। कहंदे महाराज जी निर्णय करके दसो, मेरे हृदय का भरम दूर करो। पीर दे इस वचन नूं सुन के महाराज जी ने श्लोक को उचारण किया। पातशाह कहंदे सेवा करे जो कंत की,
ਕੰਤ ਤਿਸੀ ਕਾ ਹੋਏ, ਗਰਭੀ ਕੰਤ ਨਾ ਪਾਈਐ ਭਾਵੇਂ ਖਰੀ ਸਵਾਲਿਓ ਹੋਏ। ਇਹ ਜਿਹੜਾ ਸ਼ਬਦ ਹੈ ਇਹ ਗੁਰਬਾਣੀ ਦੇ ਅੰਦਰ ਨਹੀਂ ਵਿਰਾਜਮਾਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਵਿਰਾਜਮਾਨ ਨਹੀਂ ਹੈ, ਪਰ ਸੱਚੇ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਹੋਇਆ ਮਹਾਰਾਜ ਜੀਆਂ ਨੇ ਸੇਖ ਬ੍ਰਹਮ ਨੂੰ ਸਮਝਾਉਣ ਵਾਸਤੇ ਇਹ ਸ਼ਲੋਕ ਉਚਾਰਨ ਕੀਤਾ। ਆਪਾਂ ਸ਼ਲੋਕ ਦੇ ਅਰਥ ਕਰਾਂਗੇ। ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਸਿਰ ਤੇ ਮੇਰਾ ਪ੍ਰਿਆਤ ਰੱਖ ਕੇ ਸ਼ਲੋਕ ਦੇ ਅਰਥ ਕਰਵਾਉਣ। ਅੱਗੇ ਸੇਖ ਬ੍ਰਹਮ ਦਾ ਜੋ ਇਤਿਹਾਸ ਹੈ, ਸਾਖੀ ਹੈ, ਥੋੜੀ ਰਹਿੰਦੀ ਹੈ, ਆਪਾਂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਵਿਚਾਰਾਂਗੇ। ਅੱਗੇ ਸੱਚੇ ਪਾਤਸ਼ਾਹ ਜੀ ਨੇ ਬਗਦਾਦ ਵੱਲ ਜਾਣਾ। ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਚਰਨਾਂ ਦੇ ਨਾਲ ਜੋੜੀ ਰੱਖਣ, ਪਿਆਰ ਬਖਸ਼ਿਸ਼ ਕਰਨ। ਬਾਣੀ ਬਾਣੀ ਦੀ ਦਾਤ, ਅੰਮ੍ਰਿਤ ਦੀ ਦਾਤ ਬਖਸ਼ਣ, ਅੰਮ੍ਰਿਤ ਵੇਲਾ ਬਖਸ਼ਦੇ ਰਹਿਣਾ। ਜੀ ਆਨੰਦ ਸਾਹਿਬ ਦੇ ਜਾਪ